क्लास 10th चैप्टर 7th एक्सरसाइज 7.1। सो क्वेश्चन है साडा 10th। सो क्वेश्चन नंबर 10 ਵਿੱਚ ਸਾਡੇ ਕੋਲ ਕੀ ਹੈ x ਤੇ y ਵਿੱਚ ਇੱਕ ਅਜਿਹਾ ਸੰਬੰਧ ਪਤਾ ਕਰੋ। ਸੋ ਫਾਈਂਡ ਦਾ ਰਿਲੇਸ਼ਨਸ਼ਿਪ ਬਿਟਵੀਨ x ਐਂਡ y ਕਿ ਬਿੰਦੂ ਜਿਹੜੇ ਪੁਆਇੰਟਸ ਨੇ ਸਾਡੇ ਕੋਲ xy ਬਿੰਦੂਆਂ 3,6 ਅਤੇ -3,4 ਤੋਂ ਬਰਾਬਰ ਦੂਰੀ ਤੇ ਹੋਵੇ। ਸੋ ਇਹ ਜਿਹੜੇ ਪੁਆਇੰਟਸ ਨੇ ਸਾਡੇ ਕੋਲ ਇਹ ਵਾਲੇ xy ਪੁਆਇੰਟਸ ਇਹਨਾਂ ਦੋਵਾਂ ਪੁਆਇੰਟਸ ਤੋਂ ਸਾਡੇ ਕੋਲ ਕੀ ਨੇ ਬਰਾਬਰ ਦੂਰੀ ਤੇ ਜਿਹੜੇ ਕਿ ਦਿੱਤੇ ਗਏ ਹਨ। सो सोल्यूशन वेखते हैं असी। सब तो पहला 3 पॉइंट्स हैं साढ़े को तिना पॉइंट्स के असी नाम रखांगे। मान लो सो लैट बी दी जिसनों असी लिख सकते हैं लैट बी ए बी अते सी। ए पॉइंट हैगा साढ़े को x, y, बी पॉइंट है साढ़े को 3,6, सी पॉइंट है साढ़े को -3,4। ਹੁਣ ਜਿਹੜੇ ਪੁਆਇੰਟ ਐਕਸ ਵਾਈ ਨੇ ਇਹ ਵਾਲਾ ਪੁਆਇੰਟ ਏ ਇਹ ਇਹਨਾਂ ਦੋਵਾਂ ਪੁਆਇੰਟਸ ਤੋਂ ਬਰਾਬਰ ਦੂਰੀ ਤੇ ਹੈ। ਇਹਦਾ ਮਤਲਬ ਪੁਆਇੰਟ ਏ ਹੈ ਇਸ ਸਾਈਡ ਤੇ ਸਾਡੇ ਕੋਲ ਪੁਆਇੰਟ 2 ਦਿੱਤੇ ਗਏ ਹਨ। ਇੱਕ ਦਿੱਤਾ ਹੈ ਬੀ ਅਤੇ ਦੂਸਰਾ ਦਿੱਤਾ ਹੈ ਸੀ। ਸੋ ਬੀ ਦੇ ਪੁਆਇੰਟਸ 3,6 ਸੀ ਦੇ ਪੁਆਇੰਟ -3,4। ਸੋ ਇੱਥੇ ਸਾਡੇ ਕੋਲ ਇਹ ਪੁਆਇੰਟ ਹੈ ਜਿਸ ਦੇ ਪੁਆਇੰਟਸ ਹਨ x, y। ਸੋ ਇਹਦਾ ਮਤਲਬ ਅਸੀਂ ਫਾਈਂਡ ਕੀ ਕਰਾਂਗੇ ਏ ਬੀ ਅਤੇ ਏ ਸੀ ਦੋਵੇਂ ਸਾਡੇ ਕੋਲ ਬਰਾਬਰ ਦੂਰੀਆਂ ਹਨ। ਸੋ ਅਸੀਂ ਸਭ ਤੋਂ ਪਹਿਲਾਂ ਲਿਖਦੇ ਹਾਂ ਕਿ ਏ ਬੀ ਜੋ ਹੈ ਬਰਾਬਰ ਹੈ ਸਾਡੇ ਕੋਲ ਏ ਸੀ। ਇਹ ਜੋ ਸਾਡੇ ਕੋਲ ਗਿਵਨ ਹੈ। ਸੋ ਇਸ ਨੂੰ ਅਸੀਂ ਜਿਹੜੀ ਆਪਣੀ ਇਕੁਏਸ਼ਨ ਹੈ ਉਹ ਰੱਖਦੇ ਹਾਂ ਫਸਟ। ਇਸ ਲਈ ਸਭ ਤੋਂ ਪਹਿਲਾਂ ਅਸੀਂ ਫਾਈਂਡ ਕਰਾਂਗੇ ਆਪਣਾ ਏ ਬੀ। ਸੋ ਏ ਬੀ ਫਾਈਂਡ ਕਰਦੇ ਹਾਂ ਅਸੀਂ ਜਿਸ ਵਿੱਚ ਦੂਰੀ ਦਾ ਫਾਰਮੂਲਾ ਅਸੀਂ ਲਿਖ ਲੈਂਦੇ ਹਾਂ ਕਿ ਦੂਰੀ ਜਿਹੜੀ ਹੁੰਦੀ ਹੈ ਬਰਾਬਰ ਹੁੰਦੀ ਹੈ ਸਕੁਏਅਰ ਰੂਟ x2 - x1 ਦਾ ਹੋਲ ਸਕੁਏਅਰ ਪਲੱਸ y2 - y1 ਦਾ ਹੋਲ ਸਕੁਏਅਰ। ਹੁਣ ਦੇਖੋ ਬੀ ਦੇ ਵਿੱਚ ਸਾਡੇ ਕੋਲ ਦੂਸਰੇ ਨੰਬਰ ਤੇ ਆਉਂਦਾ ਪੁਆਇੰਟ x2 y2 ਦੇ ਪੁਆਇੰਟ ਹੋਣਗੇ, ਏ ਦੇ ਵਿੱਚ x1 y1 ਦੇ ਹੋਣਗੇ। ਸੋ ਮਤਲਬ ਕਿ ਕਹਿਣ ਦਾ ਮਤਲਬ ਹੈ ਕਿ x ਬੀ ਦੇ ਪੁਆਇੰਟਸ ਦੇ ਵਿੱਚੋਂ ਅਸੀਂ ਏ ਦੇ ਪੁਆਇੰਟਸ ਮਾਈਨਸ ਕਰਾਂਗੇ। ਸੋ 3 - 6 ਆਏਗਾ ਪਹਿਲਾਂ ਔਰ 3 - x। ਸੋ ਫਸਟ ਪੁਆਇੰਟ ਚੋਂ ਫਸਟ ਪੁਆਇੰਟ ਮਾਈਨਸ ਕਰਨਾ ਹੁੰਦਾ ਹੈ, ਸੈਕਿੰਡ ਚੋਂ ਸੈਕਿੰਡ ਮਾਈਨਸ ਕਰਨਾ ਹੁੰਦਾ ਹੈ ਪਲੱਸ 6 - y। ਹੁਣ ਦੇਖੋ ਤੁਹਾਡੇ ਕੋਲ ਇੱਥੇ ਆਇਡੈਂਟੀਟੀ ਯੂਜ਼ ਹੋਵੇਗੀ ਕਿਹੜੀ ਆਇਡੈਂਟੀਟੀ a - b ਦਾ ਹੋਲ ਸਕੁਏਅਰ ਜੋ ਸਾਡੇ ਕੋਲ ਹੁੰਦੀ ਹੈ a ਸਕੁਏਅਰ - 2ab ਪਲੱਸ b ਸਕੁਏਅਰ। ਸੋ ਸਾਡੇ ਕੋਲ ਆ ਗਿਆ ਸਭ ਤੋਂ ਪਹਿਲਾਂ a ਹੈ ਸਾਡੇ ਕੋਲ a b ਹੈ। ਇਸ ਤਰ੍ਹਾਂ ਇਹਦੇ ਵਿੱਚ ਵੀ ਸਾਡੇ ਕੋਲ a ਤੇ b a ਦਿੱਤੇ ਗਏ ਹਨ। ਤੋ 3 ਦਾ ਸਕੁਏਅਰ -2 3x ਕਰਨਾ ਕੀ ਹੈ ਪਹਿਲੇ ਦਾ ਸਕੁਏਅਰ ਕਰਤਾ ਫਿਰ ਲਿਖੋ 2 ਫਿਰ ਦੋਵੇਂ ਪੁਆਇੰਟਸ ਨੂੰ 2 ਨਾਲ ਗੁਣਾ ਕਰ ਦੇਣੀ ਹੈ। ਠੀਕ ਹੈ ਮਾਈਨਸ ਹੈ ਤਾਂ 2 ਦੇ ਏ ਬੀ ਦੇ ਨਾਲ ਮਾਈਨਸ ਆਏਗਾ ਪਲੱਸ ਫਿਰ ਸਾਡੇ ਕੋਲ ਆ ਗਿਆ x ਦਾ ਸਕੁਏਅਰ। ਉਸ ਤੋਂ ਬਾਅਦ ਸਾਡੇ ਕੋਲ ਇਹ ਬਣ ਗਈ ਸਾਡੀ ਇੱਕ ਬ੍ਰੈਕਟ ਕਲੀਅਰ। ਫਿਰ ਸਾਡੇ ਕੋਲ ਪਲੱਸ ਫਿਰ ਦੂਸਰੀ ਬ੍ਰੈਕਟ ਸ਼ੁਰੂ ਹੁੰਦੀ ਹੈ ਜਿਸ 'ਚ ਸਾਡੇ ਕੋਲ ਆ ਗਿਆ 6 ਦਾ ਸਕੁਏਅਰ -2 6y। ਫਿਰ ਆ ਗਿਆ ਸਾਡੇ ਕੋਲ ਪਲੱਸ y ਦਾ ਸਕੁਏਅਰ। ਸੋ ਦੂਸਰੀ ਬ੍ਰੈਕਟ ਸਾਡੇ ਕੋਈ ਆ ਜਾਂਦਾ ਹੈ ਤਾਂ ਸਾਡੇ ਕੋਲ ਕੀ ਆਉਂਦਾ ਹੈ ਏ ਬੀ = 3 ਦਾ ਸਕੁਏਅਰ ਕਰੋ ਸਾਡੇ ਕੋਲ ਆ ਜਾਏਗਾ 9 2 3 ਦਾ 6x ਪਲੱਸ ਆ ਜਾਏਗਾ ਸਾਡੇ ਕੋਲ x ਦਾ ਸਕੁਏਅਰ। ਫਿਰ ਸਾਡੇ ਕੋਲ ਹੈਗਾ ਬ੍ਰੈਕਟ ਫਿਰ ਪਲੱਸ 6 ਦਾ ਸਕੁਏਅਰ 36 36 -2 6 12 2 6 12y। ਫਿਰ ਆ ਗਿਆ ਪਲੱਸ y ਦਾ ਸਕੁਏਅਰ। ਤਾਂ ਸਾਡੇ ਕੋਲ ਕੀ ਆਉਂਦਾ ਹੈ ਹੁਣ 9 - 6x ਪਲੱਸ x ਸਕੁਏਅਰ ਪਲੱਸ 36 - 12y ਪਲੱਸ y ਦਾ ਸਕੁਏਅਰ। ਸੋ ਸਾਡੇ ਕੋਲ ਆ ਜਾਏਗਾ ਸਕੁਏਅਰ ਪਲੱਸ y ਸਕੁਏਅਰ। ਸਭ ਤੋਂ ਪਹਿਲਾਂ ਅਸੀਂ ਵੱਡੀਆਂ ਘਾਤ ਜਿਹੜੀਆਂ ਨੇ ਉਹ ਪਹਿਲਾਂ ਲਿਖਣੀਆਂ ਹਨ। ਸੋ ਜਿੱਥੇ ਸਾਡੇ ਕੋਲ ਪਾਵਰ ਵੱਡੀ ਹੈ ਪਹਿਲਾਂ ਅਸੀਂ ਉਹ ਫੈਕਟਰ ਲਿਖ ਲੈਣੇ ਹਨ। ਫਿਰ ਅਸੀਂ ਲਿਖਿਆ -6x ਫਿਰ ਲਿਖਿਆ -12y ਫਿਰ ਸਾਡੇ ਕੋਲ ਰਹਿ ਗਿਆ +9 ਤੇ +36। ਸੋ ਸਾਡੇ ਕੋਲ ਏ ਬੀ ਕੀ ਬਣਦਾ ਹੈ x ਸਕੁਏਅਰ ਪਲੱਸ y ਸਕੁਏਅਰ -6x -12y। ਇਹ ਦੋਵੇਂ ਪਲੱਸ ਵੈਲਿਊ ਐਡ ਹੋ ਗਈਆਂ ਸਾਡੇ ਕੋਲ ਆ ਗਿਆ 45। ਸੋ ਇਸ ਨੂੰ ਅਸੀਂ ਇਕੁਏਸ਼ਨ ਨੰਬਰ ਦਾ ਨਾਮ ਦਿੰਦੇ ਹਾਂ 2। ਠੀਕ ਹੈ ਫਸਟ ਸਾਡੇ ਕੋਲ ਇਹ ਸੀ ਸੈਕਿੰਡ ਆ ਗਈ। ਹੁਣ ਅਸੀਂ ਫਾਈਂਡ ਕਰਨਾ ਹੈ ਏ ਸੀ। ਸੋ ਏ ਸੀ ਫਾਈਂਡ ਕਰਨਾ ਹੈ ਇਟ ਮੀਨਸ ਸੀ ਦੇ ਪੁਆਇੰਟਸ ਚੋਂ ਕਿਹੜੇ ਪੁਆਇੰਟ ਮਾਈਨਸ ਹੋਣੇ ਹਨ ਏ ਦੇ ਪੁਆਇੰਟਸ। ਸੋ -3 ਚੋਂ ਮਾਈਨਸ ਹੋ ਜਾਏਗਾ x -3 - x ਦਾ ਹੋਲ ਸਕੁਏਅਰ प्लस 4 -
वाई दा होल स्केयर। सो सॉल्व करते हैं, की आंदा साडे को सेम आइडेंटिटी लगेगी साडे को -3 दा स्केयर -2 ए कितना है साडे को -3 बी आएगा साडे को एक्स साडे फॉर्मूले के अकॉर्डिंगली की हुंदा नाल आंदा ए बी। सो हुण साडे को ए जिहड़ा है आ गया माइनस दे विच असली ए दे नाल माइनस लगावांगे असीं बी दे नाल माइनस है ना साडे को उसी फॉर्मूले च एडजस्ट हो जाता है। सो इसलिए बी नूं असीं विदाउट साइन ही लिखना हुंदा है। प्लस आ जाएगा साडे को नाल एक्स दा स्केयर। सो फिर साडे को दूसरी स्केयर ब्रैकेट शुरू हुंदी है 4 स्केयर -2 4 वाई प्लस आ गया साडे को वाई दा स्केयर। की बनता है साडे को देखते हैं -3 का स्केयर करो 9 सो 2 3 6 6 एक्स आ गया माइनस के 2 साइन हो गए प्लस आ गया साडे को प्लस आ गया साडे को एक्स स्केयर। सो ये साडे को एक ब्रैकेट आई प्लस साडे को आ गया 4 4 16 माइनस 2 चौके 8 8 नूं वाई नाल गुणा की 8 वाई प्लस आ गया साडे को वाई दा स्केयर। फिर साडे को की बनता है ब्रैकेट्स नूं ओपन करांगे ठीक है ब्रैकेट्स हटावांगे असीं 9 + 6x + एक्स स्केयर + 16 माइनस 8y + वाई दा स्केयर। फिर सब तो पहला असीं की करना है वड्डियां पावर्स जां जिहड़ियां साडे को हाईएस्ट पावर्स हैं उन्हां नूं पहलां लिखांगे। साडे को आ गया एक्स स्केयर + वाई स्केयर फिर एक्स वाला फैक्टर फिर असीं वाई वाला फैक्टर लिखते हैं फिर लिखिया असीं 9 + 16 तो साडे कोल की आंदा है ए सी एक्स स्केयर प्लस वाई दा स्केयर + 6x माइनस 8y प्लस आ गया इसनूं असीं प्लस करते हैं साडे को आ गया 25। सो ये आ गई इक्वेशन साडे को थर्ड। हुण देखो फस्ट इक्वेशन दे विच साडे को दोवें ही साडे को ए बी अते ए सी जिहड़े कि = 1 इसलिए 1 2 अते 3 तो सो देयरफॉर फ्रॉम इक्वेशन 1 फस्ट सैकेंड एंड थर्ड साडे कोल की आएगा ए बी = करांगे असीं ए सी। सो ए बी कितना दिता गया साडे को जो प्राप्त होया साडे को एक्स स्केयर प्लस वाई स्केयर माइनस 6x माइनस 12y फिर आंदा साडे को प्लस 45 = आ जाता है साडे कोल एक्स स्केयर प्लस वाई स्केयर प्लस 6x माइनस 8y फिर आ गया साडे को प्लस द 25। सो दोवां पासे स्केयर रूट साडे को कैंसल हो गया साडे को फिर साडे को बचिया एक्स स्केयर प्लस वाई स्केयर माइनस 6x माइनस 12y प्लस 45 = एक्स स्केयर प्लस वाई स्केयर प्लस 6x माइनस 8y प्लस 25। हुण देखो साडे कोले फिर एक इक्वेशन जिहड़ी बन रही है। सो फिर देखो असी दोवां साइड ते लैफ्ट और राइट वेखांगे जिहड़े फैक्टर साडे को सेम होणगे वो फिर साडे को कैंसल हो जाणगे। सो एक्स स्केयर पॉजिटिव दोवें पॉजिटिव हैं कैंसल वाई स्केयर कैंसल। सो फिर साडे को की बचदा है माइनस 6x प्लस द 6x। सो फैक्टर सेम है पर साडे को साइन जिहड़े वो अलग हैं ठीक है। हुण असीं की करना है माइनस 6x माइनस 12y प्लस 45 = 6x माइनस 8y प्लस 25 साडे को आ गया माइनस 6x ये वैल्यू साडे को इस साइड ते ट्रांसपोर्ट होकर आ जाएगी। सो साइन हो जाएंगे चेंज साडे को माइनस 12y 8y भी इस साइड ते आ गया साइन हो गए चेंज साडे को प्लस आ गया साडे को 45 ते माइनस आ गया साडे को 25 = 0। सो सारी दी सारी इक्वेशन जिहड़ी आपां खब्बे पासे जिहड़ी वो लै आंदी है। सो माइनस माइनस प्लस होया माइनस दा 12x आएगा हुण माइनस 12 ते प्लस 8 दोवें वाई च हैं साडे को माइनस प्लस माइनस हो जाएगा साडे को आ गया माइनस करके 4y। सो 12 चो 8 माइनस करते हैं साडे को की आंदा है 4 वड्डी वैल्यू 12 है साडे को आंसर क्या आएगा माइनस दे विच ठीक है। सो इस तो बाद साडे को बचा 45 माइनस 25 साडे को आ गया b = 0। सारी इक्वेशन देखो साडे को किहदे नाल डिवाइड हुंदी पई आ 4 3 दा 12 4 1 दा 4 4 5 दा 20 4 3 12 4 1 4 4 5 20। सो साडे को आ गया इत्थे लिखदे आ डिवाइड बाय 4 साडे को डिवाइड बाय 4 करके की आंदा जां फिर इस तरह करते असीं 4 नूं लिखदे आ कॉमन नाल माइनस भी लैंदे आ। सो माइनस कॉमन जिथे भी माइनस होएगा हुण वो फैक्टर साडे को पॉजिटिव हो जाना है ठीक है। सो 4 3 दा 12 3x माइनस सीगा साडे को प्लस हो गया इत्थे y इत्थे पॉजिटिव सी साडे को आ गया नेगेटिव 5 4 5 b = 0 साडे को बचा 3x प्लस y माइनस 5 = 0 ओवर -4
सो 4 ਜਿਹੜਾ ਸਾਡੇ ਕੋਲ ਮਲਟੀਪਲਾਈ 'ਚ ਪਿਆ ਹੈ, ਇਸ ਲਈ -4 ਇਸ ਸਾਈਡ ਤੇ ਡਿਵਾਈਡ ਹੋ ਗਿਆ ਸਾਡੇ ਕੋਲ। ਸੋ 3x + y - 5 ਇਜ਼ ਇਕੁਅਲ ਟੂ, ਸੋ 0 ਦੇ ਓਵਰ ਕੁਝ ਵੀ ਹੋਵੇ ਸਾਡੇ ਕੋਲ ਤਾਂ ਆਨਸਰ ਸਾਡੇ ਕੋਲ 0 ਜਿਹੜਾ ਉਹ ਬਣ ਜਾਂਦਾ ਹੈ। ਸੋ ਇਸ ਤਰ੍ਹਾਂ ਸਾਡੇ ਕੋਲ ਇਹ ਇੱਕ ਰਿਜ਼ਲਟ ਜਿਹੜਾ ਇਹ ਬਣਦਾ ਹੈ। ਇਹੀ ਜਿਹੜਾ ਸਾਡੇ ਕੋਲ ਇੱਕ ਰਿਲੇਸ਼ਨ ਹੈ ਜਾਂ ਸੰਬੰਧ ਜਿਹੜਾ ਹੈ ਜੋ ਅਸੀਂ ਐਕਸ ਵਾਈ ਦੇ ਵਿੱਚ ਪ੍ਰਾਪਤ ਕਰਨਾ ਸੀ, ਸਾਡੇ ਕੋਲ ਉਹ ਆ ਜਾਂਦਾ ਹੈ। ਸੋ ਇਸ ਨੂੰ ਅਸੀਂ ਇੱਕ ਕੋਈ ਹੋਰ ਅੱਗੇ ਸੋਲਵ ਕਰਦੇ ਹਾਂ ਤਾਂ ਅਸੀਂ ਕੀ ਲਿਖ ਸਕਦੇ ਹਾਂ, 3x + y ਇਜ਼ ਇਕੁਅਲ ਟੂ 5। ਇਹ ਨੈਗੇਟਿਵ ਹੈ ਨਾ ਸਾਡੇ ਕੋਲ, ਇਸ ਸਾਈਡ ਤੇ ਗਿਆ ਪੋਜ਼ਿਟਿਵ ਹੋ ਗਿਆ। ਸੋ ਇਹ ਰਿਜ਼ਲਟ ਵੀ ਸਹੀ ਹੈ ਸਾਡੇ ਕੋਲ, ਇਹ ਵੀ ਸਹੀ ਹੈ, ਦੋਵੇਂ ਰਿਜ਼ਲਟ ਸਾਡੇ ਕੋਲ ਸਹੀ ਹਨ। ਇਸ ਲਈ ਜੇ ਇਸ ਦੀ ਗੱਲ ਕਰੀਏ ਤਾਂ ਸਾਡੇ ਕੋਲ ਇਹ ਸ਼ੋ ਹੋ ਰਿਹਾ ਕਿ x ਅਤੇ y ਦੀ ਕੋਈ ਵੀ ਵੈਲਿਊ ਲਈਏ, ਅਸੀਂ ਕੋਈ ਇਹੋ ਜਿਹੀ ਵੈਲਿਊ ਲੈਣੀ ਹੈ ਜਦੋਂ ਅਸੀਂ ਉਹਨੂੰ ਭਰੀਏ ਤਾਂ ਸਾਡੇ ਕੋਲ ਆਨਸਰ ਬਣ ਜਾਣਾ ਹੈ 5 ਬਰਾਬਰ 5 ਆਉਣਾ ਚਾਹੀਦਾ ਹੈ। ਸੋ ਇਹੀ ਸਾਡੇ ਕੋਲ ਇਸ ਦੇ ਵਿੱਚ ਰਿਲੇਸ਼ਨ ਆਉਂਦਾ ਹੈ ਕਿ ਐਕਸ ਵਾਈ ਦੀ ਕੋਈ ਵੀ ਵੈਲਿਊ ਲੈਣ ਤੇ ਸਾਡੇ ਕੋਲ ਆਨਸਰ ਜਿਹੜਾ ਬਣਨਾ ਚਾਹੀਦਾ ਉਹ 5 ਬਣਨਾ ਚਾਹੀਦਾ ਹੈ। ਸੋ ਇਹ ਸੀ ਸਾਡਾ ਕੁਐਸਚਨ ਨੰਬਰ 10th। ਇਸ ਦੇ ਨਾਲ ਹੀ ਸਾਡੀ ਐਕਸਰਸਾਈਜ਼ ਜਿਹੜੀ 7.1 ਹੈ ਉਹ ਕੰਪਲੀਟ ਹੁੰਦੀ ਹੈ। ਸੋ ਉਮੀਦ ਕਰਦਾ ਕਿ ਤੁਹਾਨੂੰ ਜਿਹੜੇ ਸਾਰੇ ਕੁਐਸਚਨਸ ਨੇ ਉਹ ਸਮਝ ਲੱਗ ਗਏ ਹੋਣਗੇ। ਅਗਰ ਫਿਰ ਵੀ ਕੋਈ ਪ੍ਰੋਬਲਮ ਰਹਿੰਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਸੋ ਵੱਧ ਤੋਂ ਵੱਧ ਬੱਚਿਆਂ ਤੱਕ ਸ਼ੇਅਰ ਕਰੋ। ਵੀਡੀਓ ਵਧੀਆ ਲੱਗੀਆਂ ਹਨ ਤਾਂ ਲਾਈਕ ਜ਼ਰੂਰ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਨਵੀਆਂ ਵੀਡੀਓਜ਼ ਦੇ ਲਿੰਕ ਜਿਹੜੇ ਨੇ ਉਹ ਪ੍ਰਾਪਤ ਹੁੰਦੇ ਰਹਿਣ। ਸੋ ਥੈਂਕ ਯੂ। ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਨੈਕਸਟ ਐਕਸਰਸਾਈਜ਼ ਦੇ ਨਾਲ।